ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਮੇਰਾ ਖਿਆਲ ਹੈ ਕਿ ਇਸ ਵੇਲੇ ਸਾਡੇ ਨਾਮਧਾਰੀ ਪੰਥ ਵਿੱਚ ਵੇਖਣ ਨੂੰ ਕੋਈ ਸਿੰਘ ਐਸਾ ਨਹੀਂ ਮਿਲੇਗਾ ਜਿਹਨੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਇੱਥੇ ਕੀਤੇ ਹੋਣ। ਸ਼ਾਇਦ ਕੋਈ ਵੱਡੀ ਉਮਰ ਵਾਲਾ ਹੋਵੇ ਜਿਹਨੇ ਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕੀਤੇ ਹੋਣ, ਪਰ ਇਹ ਰਚਨਾ ਸਾਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਸਤਿਗੁਰੂ ਰਾਮ ਸਿੰਘ ਦਾ ਬਹੁਤ ਵੱਡਾ ਪ੍ਰਤਾਪ ਸੀ, ਕੋਈ ਸਾਹਮਣੇ ਬੋਲ ਨਹੀਂ ਸਕਦਾ। ਇੱਕ ਮੁਸਲਮਾਨ ਲਿਖਾਰੀ ਨੇ ਲਿਖਿਆ ਕਿ ਗੁਰੂ ਨਾਨਕ ਨੇ ਬਹੁਤ ਦੂਰ ਦੂਰ ਜਾ ਕੇ ਪ੍ਰਚਾਰ ਕੀਤਾ। ਉਹਦੇ ਪੂਰੇ ਸ਼ਬਦ ਮੈਨੂੰ ਨਹੀਂ ਯਾਦ, ਪਰ ਉਹਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇ ਵੇਲੇ ਇੰਨੇ ਸਿੱਖ ਨਹੀਂ ਬਣੇ ਜਿੰਨੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬਣਾਏ। 10 ਸਾਲਾਂ ਵਿੱਚ 7 ਲੱਖ ਨਾਮਧਾਰੀ ਸਿੰਘ ਸਤਿਗੁਰੂ ਰਾਮ ਸਿੰਘ ਨੇ ਸਜਾਇਆ। ਹਰ ਪਤਾ ਨਹੀਂ ਕਿੱਥੇ ਕਿੱਥੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਜਿਹਦੇ ਵਾਸਤੇ ਜਾਣਕਾਰੀ ਪੂਰੀ ਪ੍ਰਾਪਤ ਕਰਨੀ ਵੀ ਬੜੀ ਔਖੀ ਹੈ। ਮੈਨੂੰ ਇੱਕ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਗੋਰਾ ਤੇ ਗੋਰੀ ਕਿਸੇ ਜੰਗਲ ਵਿੱਚ ਉਹਨਾਂ ਨੂੰ ਵੇਖਿਆ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਰਹਿੰਦੇ ਹੋ, ਕੋਈ ਮਕਾਨ, ਤੁਹਾਡੀ ਰਸੋਈ, ਤੁਹਾਡਾ ਕੀ ਕੰਮ ਕਾਰ ਹੈ ਇੱਥੇ? ਉਹਨਾਂ ਨੇ ਦੱਸਿਆ ਕਿ ਸਾਨੂੰ ਸਤਿਗੁਰੂ ਰਾਮ ਸਿੰਘ ਮਿਲਿਆ, ਉਹਨਾਂ ਨੇ ਜਿਸ ਦਾ ਸਾਨੂੰ ਭਜਨ ਦਿੱਤਾ, ਆਪਣੇ ਲੜ ਲਾਇਆ। ਨਾ ਸਾਨੂੰ ਭੁੱਖ ਲੱਗਦੀ ਹੈ, ਨਾ ਸਾਨੂੰ ਪਾਲਾ ਲੱਗਦਾ ਹੈ, ਨਾ ਸਾਨੂੰ ਗਰਮੀ ਲੱਗਦੀ ਹੈ, ਨਾ ਕਿਸੇ ਚੀਜ਼ ਦੀ ਸਾਨੂੰ ਲੋੜ ਹੈ। ਉਹ ਤਾਂ ਇੱਕ ਨੂੰ ਮਿਲੇ, ਪਤਾ ਲੱਗ ਗਿਆ, ਪਤਾ ਨਹੀਂ ਕਿੰਨਿਆਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਤੇ ਇਹ ਚੀਜ਼ ਪ੍ਰਾਪਤ ਹੋਈ ਕਿ ਜਿਹਦੇ ਨਾਲ ਦੁਨੀਆ ਦਾ ਸੰਤਾਪ ਲਿਖਿਆ, ਤਾਪ ਪਾਪ ਸੰਤਾਪ ਵਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ। ਉਹ ਬਾਣੀ ਦੇ ਤੁਕਾਂ ਸਤਿਗੁਰੂ ਰਾਮ ਸਿੰਘ ਨੇ ਪੂਰੀਆਂ, ਉਹਨੇ ਸਿੱਖਾਂ ਨੇ ਪੂਰੀਆਂ ਕੀਤੀਆਂ। ਜਿਹੜਾ ਕੁਛ ਬਾਣੀ ਵਿੱਚ ਲਿਖਿਆ ਹੈ, ਮੈਂ ਆਪਣੇ ਨਾਮਧਾਰੀ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਕਿਸੇ ਨਾਲ ਬਹਿਸ ਨਾ ਕਰੋ। ਉਹਨੂੰ ਸਿਰਫ ਇੰਨਾ ਦੱਸ ਦਿਓ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਹਾਂ ਅਤੇ ਲੋਕਾਂ ਨੂੰ ਆਨੇ ਆ ਕਿ ਇਹਦੇ ਅਨੁਸਾਰ ਆਪਣਾ ਜੀਵਨ ਬਣਾਓ। ਇਹ ਤੁਹਾਂ ਸੂਈ ਰਾਗ ਦੇ ਵਿੱਚ ਲਿਖੀਆਂ ਨੇ। ਚੱਖੜ ਝਾਗੀ ਨੀਂਹ ਵਰਸੈ, ਧੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪਹਿ ਜਾਈ। ਇਹ ਤੁਸੀਂ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੂੰ ਪੁੱਛੋ, ਆਪ ਪੜਤਾਲ ਕਰੋ ਬਈ ਕੌਣ ਗੁਰੂ ਹੋਏ ਨੇ ਜਿਹੜੇ ਸਮੁੰਦਰਾਂ ਤੋਂ ਪਾਰ ਗਏ ਨੇ ਅਤੇ ਸਿੱਖਾਂ ਨੇ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ ਨੇ। ਸਤਿਗੁਰੂ ਰਾਮ ਸਿੰਘ ਦੇ ਸਿੱਖ ਇਸ ਤਰ੍ਹਾਂ ਨਾ ਕਰਦੇ ਤੇ ਤੁਹਾਂ ਬਾਣੀ ਵਿੱਚ ਲਿਖੀਆਂ ਰਹਿਣੀਆਂ ਸਨ, ਇਹਨਾਂ ਨੂੰ ਸਫਲਤਾ ਪ੍ਰਾਪਤ ਨਹੀਂ ਸੀ ਹੋਣੀ। ਇੱਕ ਨਾਮਧਾਰੀ ਸਿੱਖ ਮੁਕਤਸਰ ਸਾਹਿਬ ਗਿਆ, ਉੱਥੇ ਇੱਕ ਨਿਹੰਗ ਸਿੰਘ ਨਾਲ ਉਹਦਾ ਝਗੜਾ ਹੋ ਗਿਆ ਅਤੇ ਨਿਹੰਗ ਸਿੰਘ ਨੇ ਉਹਨੂੰ ਮਾਰਿਆ, ਉਹਦਾ ਸਿਰ ਪਾੜ ਦਿੱਤਾ, ਪਰ ਉਹਨੇ ਕੁਛ ਨਹੀਂ ਆਖਿਆ। ਸਮਾਂ ਲੰਘ ਗਿਆ, ਐਸਾ ਸਮਾਂ ਹੋਇਆ ਉਸ ਮੇਲੇ ਵਿੱਚ ਬਿਮਾਰੀ ਪੈ ਗਈ, ਜਿਹਨੂੰ ਟੱਟੀਆਂ ਲੱਗ ਜਾਣ ਉਹ ਮਰ ਜਾਏ, ਜਿਹਨੂੰ ਟੱਟੀਆਂ ਲੱਗ ਜਾਣ ਉਹ ਮਰ ਜਾਏ। ਵਾਗ ਨਾਲ ਉਹ ਨਿਹੰਗ ਸਿੰਘ ਬਾਹਰ ਗਿਆ, ਮੈਦਾਨ ਗਿਆ ਅਤੇ ਉਹਨੂੰ ਟੱਟੀਆਂ ਆ ਗਈਆਂ, ਬੇਹੋਸ਼ ਹੋ ਕੇ ਡਿੱਗ ਪਿਆ। ਉਹ ਨਾਮਧਾਰੀ ਸਿੰਘ ਜਿਹਨੂੰ ਉਹਨੇ ਮਾਰਿਆ ਸੀ, ਉਹ ਵੀ ਕੁਦਰਤੀ ਉਸ ਪਾਸੇ ਗਿਆ। ਉਹਨੇ ਵੇਖਿਆ ਕਿ ਸਿੱਖ ਉੱਥੇ ਪਿਆ, ਉਹ ਜਿਹੜਾ ਜਿਹਨੇ ਮੈਨੂੰ ਮਾਰਿਆ ਸੀ, ਉਹਨੇ ਉਹਨੂੰ ਚੁੱਕ ਕੇ ਬੇਹੋਸ਼ ਪਏ ਨੂੰ
कर लैंदा, कर लिया कि उसकी सेवा की। जिस वे उन्होंने होश आई, उन्हें वेख्या ये तो बंदा जिन्होंने मैं मारिया तू डर गया। उन्हें आख्या तू डर ना, मैं तेन मारन वास्ते बदला लैन वास्ते नहीं लिया, मैं तो तेन बीमार पै नूं तेरी सेवा करने वास्ते लैके आया। वो कहता कि तू किहदा सिख है? उन्हें आख्या मैं सतगुरु राम सिंह का सिख। उन्हें आख्या फिर मैनू भी सतगुरु राम सिंह का सिख बना लै। तुखा बाणी भी लिखिया ने, शस्त्र तीखण काट डारियो मन न कीनो रोस। तिखे शस्त्र नाल कटिया उन्होंने, पर उन्हें मन में रोस नहीं किया। कितनी ताकत है। शस्त्र तीखण काट डारियो मन न कीनो रोस, काज वाको लै सवारियो किसू न दीनो दोष। जिसने उन्होंने मारिया सी उहदा काम सवारिया तो किसी को दोष नहीं दिता। ये भी तुहां गुरु राम सिंह के सिखा ने पूरियां कीतियां। सतगुरां ने अपने रहतनामे लिखिया, एक तो मैं नामधारी ਨੂੰ अर्जी करांगा गुटके मंगाओ, ਉਹਦੇ 'ਚ रहतनामे का पाठ जरूर करिया करो। बहुत कीमती गल्लां साडे जीवन वास्ते सतगुरां ने बचन कीते ने। लिखिया है कि मंदा फिक्का नहीं बोलना। जे कोई कुछ आखे तो सह लेना। एक था सतगुरां ने अपने हुक्मनामे लिखा कि खिमा धीरज रखनी। खिमा धीरज वालियां दे गुरु अंग संग। एक पासे तो साड़ी ताकत है, तो एक पासे जे खिमा के धीरज करिए तो फिर गुरु की ताकत है। वो ताकत है जिहदे वास्ते लिखा है, जाम गुरु होए वल कन्है क्या गारब दिजै, जाम गुरु होए वल लख बाहे क्या कीजै। लख बाह भी उत्थे कुछ नहीं करती। तो खिमा, कोई गाल कढ़दा है, कोई कुछ आंदा है, उन्होंने खिमा करना। गाल कढ़नी बड़ी औखी, पता अगला टट्टा लैके पै जाएगा, पर उसनूं खिमा करनी होर भी ज़्यादा औखी है। धीरज रखनी, जिस वे आदमी ये सोचता कि मैं सच्चा था इस गल से, ये मैनू आके जावे कित्थे, उत्थे धीरज रखनी भी बड़ी औखी है। पर जिहड़े रखते हैं उन्होंने वास्ते सतगुरां ने हुक्म दिता है कि खिमा धीरज वालियां दे गुरु अंग संग। तुहाडे सामने बच्चों ने प्रदर्शन किया है, अपने पुराने जथेदारां नूं याद किया है, जिहड़े बचन दे बली सारी सारी रात दीवान ला के, पर सवेर का वेला जिस वे होना इशनान करके उस वे साध संगत में आ जाना। ये नहीं कि मैं दीवान लाया 2 बजे तक तो हुण मैं सौना नहीं। वो सिख सतगुरां ने पैदा किए जिन्हां वास्ते लिखिया, जिन्ना सास गिरास न विसरै, हर नामा मन मंत, तन से सही नानका पूरन से ही तन। इन्हां बच्चों ने जो कुछ तुहानूं सुनाया, ये उन्होंने पुराने जथेदारां दे पैरां ते चल के तुहानूं उन्हां दे इन्हां दे राहीं दर्शन कराउण दी कोशिश की गई है। जथेदार अतर सिंह होरी जो दीवान लाते सन, वो गड़वा सिर ते रख लेंदे सन। इहो ही मटकी सुनाउणी उन्होंने, तो गड़वा सिर तो डिगदा नहीं सी, हथ छड़ देंदे सन। एक मेरा जे मैं नहीं गलती करता तो सियालकोट शहर के दीवान लगा, उत्थे कुछ सिख ऐसे आए सन प्रेमी, उन्होंने इस तरह किया कि वो गड़वा जिहड़ा सी ना, वो पानी का भर दिता भी जो गड़वा चुकेगा तो अभी टुल जाएगा, पानी डिगेगा गड़वा। वो अपने रंग में मस्त सन, रंग में होना बड़ा औखा है। यो ही वेख के वो सिख जिहड़े सन बड़े मुतासर होए भाई ये भी इम्तिहान जिहड़ा इहदे चों पास हो गया, पर वो सतगुरु के रंग में रंगे हुए सन।
जो कुछ बच्चों ने पढ़िया बलकार सिंह होरां नूं दस्सिया कि एक बच्चा जिहड़ा सी वो प्रकाश का लड़का जिहड़ा सी छोटा जिहा बच्चा, उसने उन्होंने आख्या भी मेरे मगर ही पै गया भी मैनूं जरूर सिखा। क्यों होया कि इत्थे बच्चों के उत्ते माता पिता का साध संगत का असर है। वो शब्द सुनते हैं, शब्द गाउंदे ने, उन्होंने वेखते हैं, उन्हों का असर होंदा। जे बच्चे टीवी वेख के सिनेमा वेखण ते सिगरटां दे इश्तिहार टीवी तो वेखण, मांस के लोथड़े वेखण, तो फिर उन्हों पर असर माड़ा जरूर होंदा है। नीवें पासे आदमी का मन छेती जाता, तो गलियां में सिनेमे के गीत गाते फिरते हैं गंदे। पर सगुनां की किरपा, जिवें बर्फ का डला अग दे विच रख दो तो वह ना गले, वो किरपा तो बिना नहीं हो सकता। ये सगुनां की किरपा है। साध संगत इत्थे सत्संग करते हैं। सत्संग का मतलब ये है, सत्संगत कैसी जानी है, जिथे एको नाम बखानी है। एको नाम हुक्म है, नानक सतगुर दिया बुझाए जीव। जिहड़ा हुक्म है सतगुरां दा, उही उहदे वास्ते नाम है। जिन्हां ने अपने गुरु तो जो कुछ पूछया, वो अपने अनुसार तड़के उठ के भजन जरूर करया करो सारे। संगत का लिखा, संगत का गुण बहुत अधिकाई, पढ़ सुआ गण के उधारे। वो वेसवा का उधार हो गया, तोते नूं पढ़ाउंदे पढ़ाउंदी दा राम का नाम। एक कथा लिखी है इतिहास में। एक शहर में एक राजा सी, वो रात नूं जाके वीर यात्रा करदा, अपने प्रजा के सारे दुख सुनदा, जिहड़े नृत्य करदा। एक बेरा वो राजा रात नूं फिरदा फिरदा उन्हें वेख्या कि एक घर विचों रोण की आवाज़ आती है। उन्हें चीरथानी वेख्या, एक लड़की नूं उहदा पिता मार रहा, कुट रहा, थमे नाल बन्निया है। तो उन्होंने आख्या भी तेनू मैं उत्थे व्यावांगा जिथे सारी उम्र तू दुखी रहे। तू मेरा आखा नहीं मनदी, तू जरूर पट्टियां दे डेरे गई होवेगी। ਉਹਦੀ कथा इहो है कि वो लड़की दुध वेचण जाती सी। राह में साधुओं का डेरा सी, ਉਹਨੇ गुजर ने आखना दुध वेचण वाले ने भी वेखी पट्टियां दे डेरे ना जाई। ਉਹਨੇ कोलों दी जाना, फिर लंघ के वापस चले जाना। एक दिन उन्हें सोचा भी ये की आदे ने वेख सुन तो लवां जाके उत्थे बैठी। तो उन्हें कुछ समझ ना आई। उन्हें आख्या महाराज तुसीं की आखदे हो, मैनूं समझ नहीं आई। उन्हें आख्या असी बेटा सच ते झूठ का नज़ारा करते हैं कि सच की है तो झूठ की है। झूठ नूं छड्ड देना तो सच नूं प्राप्त करना है। उन्हें आख्या जी मैनूं नहीं समझ आई। उन्हें आख्या इस संसार से माया ते भगवान आपस में मिले हुए हैं। असां माया नूं वखरा करके भगवान नूं प्राप्त करना है। वो किवें करना है? कहंदी मैं गल तो तुहाडी सुन लई पर मैनूं समझ नहीं आउंदी। उन्हें आख्या बेटा की काम करदी तूं? उन्हें आख्या भाई वो आखन लगी मैं दुध वेचदी हाँ। उन्होंने आख्या भाई दुध जिहड़ा तूं वेचदी है ਉਹਦੇ 'ਚ कोई मिलावट तो नहीं करती? उन्हें आख्या जी पानी पाउंदी हाँ। उन्हें आख्या बस इहो ही गल है कि जिहड़ा पानी है ना वो झूठ है, जिहड़ा दुध है सच है। ਉਹਦੇ मन ते गल लग गई। घर आई तो जिसले दुध लैण वास्ते गाहक आए सन तो उन्होंने एक गुप्त शब्द या कोड बनाया सी। लड़की ने उन्हें आख्या भी भांडा साफ करके लिया, भाव पानी पा के लिया भांडे पहलों ही। वो लड़की ने भांडा साफ करके ले आंदा। उन्हें वेख्या जी पानी नहीं पाया। उन्हें आख्या तेनू आख्या जी भांडा साफ करके लिया, गाहक सामने खड़ा सी। उन्हें आख्या भांडा चंगी तरह साफ करके लिया। उन्हें कपड़ा लिया, कपड़ा लैके फेर के भांडे में चंगी तरह साफ करके ले आंदा। उस वे वो बोल नहीं सकता, दुध उन्हें गाहक नूं दे दिता। पर रात को उसने लड़की नूं मारिया कि तू जरूर पट्टियां दे डेरे गई होगी।
ਤੂੰ ਇਹ ਕੰਮ ਸ਼ੁਰੂ ਕੀਤਾ ਆ ਕੇ ਤੇ ਸਾਡੇ ਇੰਨੇ ਪੈਸੇ ਆਉਣੇ ਸਨ, ਜੋ ਵੀ ਕੁਛ ਉਹਨੇ ਆਖਣਾ ਸੀ। ਇਹ ਗੱਲਾਂ ਰਾਤ ਨੂੰ ਕਰਦਾ ਸੀ। ਤੇ ਰਾਜੇ ਨੇ ਸੁਣਿਆ, ਜਿਹੜੇ ਰਾਜੇ ਨੇ ਉਸ ਨੂੰ ਬੁਲਾ ਲਿਆ ਕਚਹਿਰੀ 'ਚ ਬੁਲਾ ਕੇ। ਫਿਰ ਉਹਦੀ ਲੜਕੀ ਨੂੰ ਗੁੱਸੇ ਆ ਵੀ ਤੂੰ ਆਪਣੇ ਪਿਓ ਦੇ ਕਿਉਂ ਨਹੀਂ ਆਖਿਆ ਲੱਗਦੀ। ਉਹਨੇ ਆਖਿਆ ਮੈਨੂੰ ਗਲਤ ਕੰਮ ਆਉਂਦਾ ਸੀ, ਮੈਂ ਨਹੀਂ ਲਿਆ ਕੇ ਲੱਗੀ। ਫਿਰ ਉਹਨਾਂ ਦੇ ਪਿਤਾ ਨੂੰ ਆਖਿਆ ਵੀ ਤੂੰ ਇਹਨੂੰ ਆਂਦਾ ਸਾਂ ਕਿ ਮੈਂ ਤੈਨੂੰ ਉੱਥੇ ਵਿਆਹਾਂਗਾ ਜਿੱਥੇ ਸਾਰੀ ਉਮਰ ਦੁਖੀ ਰਵੇਂ, ਤੂੰ ਇਹਨੂੰ ਕਿਉਂ ਦੁਖੀ ਕਰਦਾ। ਅੱਜ ਤੋਂ ਇਹ ਮੇਰੀ ਲੜਕੀ ਹੈ, ਮੇਰੀ ਲੜਕੀ ਦੇ ਮਹਿਲਾਂ ਵਿੱਚ ਚਲੀ ਜਾਵੇ, ਤੂੰ ਕਰੇ ਘਰ ਚਲਾ ਜਾ। ਉਹ ਲੜਕੀ ਰਾਜੇ ਦੇ ਮਹਿਲਾਂ ਵਿੱਚ ਆ ਗਈ। ਰਾਜੇ ਦੀ ਲੜਕੀ ਪਾਸ ਰਹਿਣ ਲੱਗੀ। ਕੁਝ ਸਮਾਂ ਬੀਤਿਆ ਤੇ ਰਾਜੇ ਨੇ ਸੋਚਿਆ ਵੀ ਲੜਕੀ ਘਰੋਂ ਆਈਏ, ਉਦਾਸ ਨਾ ਹੋ ਗਈ, ਵੀ ਪੁੱਛਦੇ ਆਵਾਂ ਮੈਂ ਉਹਨੂੰ ਜਾ ਕੇ। ਉਹਨੇ ਜਾ ਕੇ ਪੁੱਛਿਆ, ਬੇਟਾ ਤੈਨੂੰ ਕਿਸੇ ਗੱਲ ਦੀ ਤਕਲੀਫ, ਕੋਈ ਚੀਜ਼ ਚਾਹੀਦੀ ਤੈਨੂੰ? ਉਹਨੇ ਕਿਹਾ ਕੁਛ ਨਹੀਂ ਚਾਹੀਦਾ ਮੈਨੂੰ। ਉਹਨੇ ਕਿਹਾ ਫਿਰ ਵੀ ਕੁਛ ਦੱਸ। ਉਹਨੇ ਕਿਹਾ ਇੱਕ ਚੀਜ਼ ਚਾਹੀਦੀ ਹੈ ਕਿ ਮੈਂ ਜਿਨ੍ਹਾਂ ਦੀ ਸੰਗਤ ਕਰਕੇ ਥੋੜ੍ਹੀ ਜਿਹੀ ਸੰਗਤ ਕੀਤੀ ਹੈ, ਕੁਝ ਮਿੰਟ ਬੈਠੀ ਹਾਂ, ਅਤੇ ਮੈਂ ਗੁੱਜਰ ਦੀ ਲੜਕੀ ਤੋਂ ਹਟ ਕੇ ਰਾਜੇ ਦੀ ਲੜਕੀ ਬਣ ਗਈ ਹੈ, ਮੈਨੂੰ ਉਹਨਾਂ ਸਾਧੂਆਂ ਦੀ ਕਥਾ ਸੁਣਾ। ਇਹ ਹੈ ਸੰਗਤ ਦਾ ਅਸਰ। ਤਾਂ ਤੁਸੀਂ ਸਭਨਾਂ ਦੇ ਲੜ ਲੱਗੇ ਹੋ ਤੇ ਤਗੜੇ ਹੋ ਕੇ ਭਜਨ ਬਾਣੀ ਕਰੋ। ਨਾਮਧਾਰੀਆਂ ਜਿਨ੍ਹਾਂ ਨੇ ਭਜਨ ਪੁੱਛਿਆ, ਇੱਕ ਇੱਕ ਘੰਟਾ ਜ਼ਰੂਰ ਕਰਿਆ ਕਰੋ। ਜਿਸ ਵੇਲੇ ਤੁਸੀਂ ਕਾਰ ਵਿੱਚ ਬੈਠਦੇ ਹੋ, ਪੈਦਲ ਸਫ਼ਰ ਸੈਰ ਕਰਨ ਜਾਂਦੇ ਹੋ, ਤੁਹਾਡਾ ਮੂੰਹ ਵਿਹਲਾ ਹੁੰਦਾ ਹੈ। ਸਤਿਗੁਰੂ ਰਾਮ ਸਿੰਘ ਨੂੰ ਮਨ ਵਿੱਚ ਵਸਾ ਕੇ ਨਾਮ ਦਾ ਜਾਪ ਹਰ ਵੇਲੇ ਕਰੋ। ਕੋਈ ਉਹ ਵਕਤ ਨਾ ਹੋਵੇ ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਅਤੇ ਉਸ ਦੂਸਰੇ ਨੂੰ ਚੇਤਾ ਕਰਿਆ ਕਰੋ ਵੀ ਤੇਰੇ ਬੁੱਲ ਨਹੀਂ ਹਿਲਦੇ ਤੇ ਤੂੰ ਨਾਮ ਨਹੀਂ ਜਪ ਰਿਹਾ। ਇਸ ਵੇਲੇ ਨਾਮ ਦਾ ਜਾਪ ਕਰੋ, ਕਿਉਂਕਿ ਆਦਮੀ ਦਾ ਕੋਈ ਪਤਾ ਨਹੀਂ ਕਿਸ ਆਦਮੀ ਨੇ ਕਿਸ ਵੇਲੇ ਤੁਰ ਜਾਣਾ। ਇੱਥੇ ਜਾਣ ਵੇਲੇ ਉਹਦੇ ਮੂੰਹ ਵਿੱਚ ਨਾਮ ਦਾ ਜਾਪ ਹੋਵੇ। ਜਿਸ ਲਿਫਾਫੇ ਦੇ ਉੱਤੇ ਐਡਰੈਸ ਲਿਖ ਦਿੱਤਾ ਹੋਵੇ ਕਿ ਫਲਾਣਾ ਸਿੰਘ, ਫਲਾਣੀ ਗਲੀ, ਫਲਾਣਾ ਬਾਜ਼ਾਰ, ਫਲਾਣਾ ਸ਼ਹਿਰ, ਫਲਾਣਾ ਦੇਸ਼, ਉਹ ਨਾਮ ਉਸਦਾ ਚੁੱਕ ਕੇ ਲਿਫਾਫੇ ਨੂੰ ਉਹਦੇ ਘਰ ਲੈ ਜਾਂਦਾ। ਇਸੇ ਤਰ੍ਹਾਂ ਹੀ ਇਹ ਸਤਿਗੁਰੂ ਦਾ ਨਾਮ ਹੈ। ਜਿਸ ਵੇਲੇ ਜੇ ਸਾਡਾ ਸਰੀਰ ਛੁੱਟੇ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੇ ਹ੍ਰਿਦੈ ਵਸੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੇ ਹ੍ਰਿਦੈ ਵਸੈ। ਤੋ ਉਸ ਵੇਲੇ ਇਹ ਕੰਮ ਹੋਵੇ ਵੀ ਸਾਡਾ ਜਿਹੜਾ ਮਨ ਸਬਰਾਂ ਵਾਲੇ ਪਾਸੇ ਹੋਵੇ, ਉਹ ਸੰਸਾਰ ਵਾਲੇ ਪਾਸੇ ਲੱਗ ਕੇ ਚੱਕਰ ਵਿੱਚ ਨਾ ਜਾਵੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਸਮਾਵੇ। ਸਤਿਗੁਰ ਸੇਤੀ ਰਤਿਆ ਦਰਗਾਹ ਪਾਈਆ ਠਾਓ। ਤੋ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਇੱਥੋਂ ਦੇ ਮਾਤਾ ਪਿਤਾ ਨੇ, ਬੱਚਿਆਂ ਨੇ ਸਾਧ ਸੰਗਤ ਵਾਲਾ ਕੰਮ ਕੀਤਾ ਹੈ। ਸੰਤ ਪ੍ਰਕਾਸ਼ ਸਿੰਘ ਹੋਰਾਂ ਨੇ, ਸੂਬਾ ਜੀ ਨੇ, ਜਿਨ੍ਹਾਂ ਨੇ ਉਦਮ ਕੀਤਾ ਹੈ, ਬਹੁਤ ਕਿਰਪਾ ਕੀਤੀ ਹੈ ਉਹਨਾਂ ਨੇ। ਇਹ ਬੜੇ ਥੋੜ੍ਹੇ ਬੱਚੇ ਨੇ। ਤੁਸੀਂ ਕਿਸੇ ਦੇਸ਼ ਵਿੱਚ ਵੇਖੋ ਜਾ ਕੇ, ਉਹ ਵੇਖਦੇ ਨੇ ਸਾਡੇ ਕਿੰਨੇ % ਬੱਚੇ ਪੜ੍ਹੇ ਨੇ, ਕਿੰਨੇ ਅਨਪੜ੍ਹ ਰਹਿ ਗਏ ਨੇ। ਕਿੰਨੇ % ਬੱਚੇ ਨੇ ਜਿਨ੍ਹਾਂ ਨੂੰ ਰੋਟੀ ਮਿਲਦੀ ਹੈ, ਕਿੰਨੇ % ਨੇ ਜਿਨ੍ਹਾਂ ਨੂੰ ਨਹੀਂ ਮਿਲਦੀ। ਇੱਧਰ ਵੀ ਪਰਸੈਂਟੇਜ ਕੱਢੋ, ਕੋਈ ਨਾਮਧਾਰੀਆਂ ਦੇ ਬੱਚੇ ਕਿੰਨੇ % ਨਾਮ ਜਪਦੇ ਨੇ, ਕਿੰਨੇ ਨਹੀਂ ਜਪਦੇ। ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ ਜਿਹੜਾ ਇਹਨਾਂ ਦੇ ਮਨ 'ਤੇ ਵਸਦੇ ਨੇ। ਇੰਗਲੈਂਡ ਵਿੱਚ, ਅਮਰੀਕਾ ਵਿੱਚ, ਹੋਰ ਇੱਥੇ ਵੀ ਤੁਹਾਡੇ ਕੋਲ ਵੀ, ਅਫਰੀਕਾ ਵਿੱਚ, ਥਾਈਲੈਂਡ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਪੂਰੀ ਤਰ੍ਹਾਂ ਮਰਿਆਦਾ ਰੱਖਦੇ ਨੇ ਅਤੇ ਨਾਮ ਜਪਦੇ ਨੇ। ਮੈਂ ਇੱਕ ਸ਼ਹਿਰ ਗਿਆ, ਮੈਨੂੰ ਪਤਾ ਨਹੀਂ, ਅੰਮ੍ਰਿਤਪਾਲ ਇੱਥੇ ਬੈਠਾ, ਉਹਦੇ ਨੇੜੇ ਹੀ ਉਹਨਾਂ ਦੇ ਸ਼ਹਿਰ ਹੈ, ਉੱਥੇ ਇੱਕ ਸਿੰਘ ਹੈਗਾ, ਨਾਮ ਮੈਨੂੰ ਭੁੱਲ ਗਿਆ, ਪੁਧਾਣਿਆਂ ਤੋਂ ਆਇਆ। ਉਹਨੂੰ ਉੱਥੇ ਪੁੱਛਿਆ ਕਿਸੇ ਨੇ ਵੀ ਪਾਣੀ ਸੋਧਦਾ ਚਾਹੀਦਾ, ਕਹਿੰਦਾ ਪਾਣੀ ਹੈਗਾ, ਕਿੱਥੇ ਹੈ? ਮੈਂ ਸੋਧੀ ਹੈ, ਮੇਰੇ ਕੋਲ ਪਾਣੀ ਹੈਗਾ। ਅਮਰੀਕਾ 'ਚ ਬੈਠਾ ਸੋਧੀ ਹੈ ਉਹ।
ਜਿੱਥੋਂ ਜਾ ਕੇ ਸੋਧ ਦੇ ਉੱਤੇ ਹਮਲਾ ਕੀਤਾ ਗਿਆ, ਪਰ ਸਤਿਗੁਰਾਂ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ। ਉਹਨਾਂ ਨੇ ਉਹਨਾਂ ਥਾਵਾਂ 'ਚ ਜਾ ਕੇ ਹਮਲਾ ਕੀਤਾ ਜਿੱਥੋਂ ਇਹ ਚੀਜ਼ ਠੀਕ ਸੀ। ਤੁਸੀਂ ਤਕੜੇ ਹੋ ਕੇ ਉਦਮ ਕਰੋ ਅਤੇ ਇੱਕ ਘੰਟਾ ਹਰ ਜੀਵ ਪ੍ਰਤੀ ਨਾਮ ਸਿਮਰਨ ਜ਼ਰੂਰ ਕਰੋ। ਹਰ ਘਰ ਪ੍ਰਤੀ ਇੱਕ ਪਾਠ ਆਦਿ ਜਾਂ ਦਸੁੰਦਾ ਕਰਕੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਅਰਦਾਸ ਕਰੋ ਕਿ ਸਤਿਗੁਰਾਂ ਦੇ ਦਰਸ਼ਨ ਹੋਣ। ਦਰਸ਼ਨ ਤਾਂ ਹੁਣ ਵੀ ਕਈ ਸਿੰਘਾਂ ਨੂੰ ਹੁੰਦੇ ਨੇ ਇਸ ਤਰ੍ਹਾਂ, ਪਰ ਉਹਨਾਂ ਨੇ ਆਖਿਆ ਮੈਂ ਐਸੇ ਸਰੀਰ ਵਿੱਚ ਆਵਾਂਗਾ ਅਤੇ ਉਹਨਾਂ ਦੇ ਬਚਨ ਜਿਹੜੇ ਨੇ ਉਹ ਸੱਚੇ ਨੇ। ਜਿਸ ਦਿਨ ਉਹ ਵੇਲਾ ਹੋਵੇ ਤਾਂ ਤੁਹਾਡੇ ਸਿਰਾਂ 'ਤੇ ਹੱਥ ਡਿੱਗਣ, ਸਤਿਗੁਰੂ ਆ ਕੇ ਹੁਣ ਕਰਨ ਸ਼ਾਬਾਸ਼ੇ ਬੱਚਿਓ, ਸਾਨੂੰ ਸ਼ਾਬਾਸ਼ੇ ਮਿਲੇ ਤੁਹਾਨੂੰ। ਸਗਲ ਉਦਮ ਮਹਿ ਉਦਮ ਭਲਾ, ਹਰਿ ਕਾ ਨਾਮ ਜਪਹੁ ਜੀ ਸਦਾ। ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। आपने गुरबाणी का शब्द सुनिया रागी ਸਿੰਘਾਂ ਤੋਂ, फिर गुरमुख सिंह होरां ने शब्द पढ़िया। जिन्नी बाणी जो सतगुरु का उपदेश है ਉਹਦੇ ਵਿੱਚ ਜੀਵ ਨੂੰ, ਸਿੱਖ ਨੂੰ ਨਿਮਰ ਭਾਵ ਬਣ ਕੇ ਸਤਿਗੁਰੂ ਅੱਗੇ ਅਰਦਾਸ ਕਰਨ ਦਾ ਹੁਕਮ ਹੈ, ਜਾਚ ਦੱਸੀ ਗਈ ਹੈ। ਸਤਿਗੁਰਾਂ ਨੇ ਜਿਹੜਾ ਬਾਣੀ ਦਾ ਉਚਾਰਨ ਕੀਤਾ ਹੈ ਉਹ ਸਾਡੇ ਭਲੇ ਵਾਸਤੇ ਹੈ, ਕਿਉਂਕਿ ਪਤਾ ਨਹੀਂ ਕਿੰਨੀਆਂ ਜੂਨਾਂ ਦੇ ਵਿੱਚੋਂ ਲੰਘ ਕੇ ਮਨੁੱਖ ਜਨਮ ਪ੍ਰਾਪਤ ਹੁੰਦਾ ਹੈ। ਇਹ ਪ੍ਰਾਪਤ ਹੋ ਕੇ ਫਿਰ ਬਹੁਤ ਕਿਰਪਾ ਹੋਵੇ, ਸਤਸੰਗ ਔਰ ਸਤਿਗੁਰੂ ਦਾ ਸਿੱਖ ਬਣਨ ਦਾ ਮੌਕਾ ਮਿਲਦਾ। ਸਿੱਖ ਨੂੰ ਇਹੋ ਹੀ ਗੱਲ ਹਮੇਸ਼ਾ ਸਮਝਣੀ ਚਾਹੀਦੀ ਹੈ, ਹਮ ਅਵਗੁਣ ਕਰਹ ਅਸੰਖ ਨੀਤ। ਅਸੰਖ ਦੀ ਗਿਣਤੀ ਬਹੁਤ ਵੱਡੀ ਹੈ, ਭਾਵ ਅਸੰਖਾਂ ਹੀ ਅਵਗੁਣ ਨੇ ਸਾਡੇ ਵਿੱਚ। ਜਿਵੇਂ ਸਤਿਗੁਰੂ ਦੇ ਪਰਉਪਕਾਰ ਨਹੀਂ ਗਿਣੇ ਜਾਂਦੇ, ਉਸੇ ਤਰ੍ਹਾਂ ਹੀ ਸਾਡੇ ਅਵਗੁਣ ਨਹੀਂ ਗਿਣੇ ਜਾਂਦੇ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅਵਗੁਣ ਭਰੇ ਤਾਂ ਕਹਿ ਦਿੱਤਾ, ਨਾਲ ਇਹ ਆਖਿਆ ਵੀ ਇੱਕ ਵੀ ਗੁਣ ਨਹੀਂ ਸਾਡੇ ਵਿੱਚ ਹੈਗਾ। ਮਨੁੱਖ ਦੇ ਜਾਤੀ ਸਭ ਜੂਨਾਂ ਤੋਂ ਉੱਤਮ ਲਿਖੀ ਹੈ। ਇਸ ਧਰਤੀ ਮੈਂ ਤੇਰੀ ਸਿਖਦਾਰੀ, ਅਵਧ ਜੋਨ ਤੇਰੀ ਪਨਿਹਾਰੀ। ਪਰ ਮਨੁੱਖ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕੋਈ ਰਾਜਾ ਆਪਣੇ ਨਗਰ ਦੇ, ਆਪਣੇ ਰਾਜ ਦੇ ਬੰਦਿਆਂ ਨੂੰ ਮਾਰ-ਮਾਰ ਖਾਈ ਜਾਵੇ। ਇਸੇ ਤਰ੍ਹਾਂ ਹੀ ਮਨੁੱਖ ਨੂੰ ਸਾਰੀਆਂ ਜੂਨਾਂ ਤੋਂ ਸ੍ਰੇਸ਼ਟ ਲਿਖਿਆ ਅਤੇ ਉਹਨਾਂ ਨੂੰ ਪਨਿਹਾਰੀ ਲਿਖਿਆ, ਅਤੇ ਉਹਨਾਂ ਨੂੰ ਮਨੁੱਖ ਖਾਂਦਾ ਹੈ ਮਾਰ ਮਾਰ ਕੇ। ਇਹ ਨਹੀਂ ਸੋਚਦਾ ਭਈ ਸਾਡੇ ਵੱਡੇ ਕਿਸੇ ਮਾੜੇ ਕੰਮ ਕਰਕੇ ਉਹ ਕੁੱਕੜ ਬਣ ਗਏ ਨੇ, ਬੱਕਰੇ ਬਣ ਗਏ ਨੇ, ਛਤਰੇ ਬਣ ਗਏ ਨੇ, ਸਾਨੂੰ ਤਾਂ ਪਤਾ ਨਹੀਂ, ਅਸੀਂ ਉਹਨਾਂ ਨੂੰ ਮਾਰ ਕੇ ਖਾਂਦੇ ਹਾਂ। ਇਸ ਮਨੁੱਖ ਜਨਮ ਵਿੱਚ ਆ ਕੇ ਜਨਮ ਮਰਨ ਦਾ ਛੁਟਕਾਰਾ ਹੋ ਜਾਵੇ। ਮੇਰੀ ਲਿਵ ਜਿਹੜੀ ਹੈ ਉਹ ਅਕਾਲ ਪੁਰਖ ਨਾਲ ਲੱਗੇ। ਉਸ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਜਿਹੜਾ ਹੈ ਉਹ ਮਾਸ ਸ਼ਰਾਬ ਦਾ ਹੈ। ਇਸ ਵਾਸਤੇ ਮੈਂ ਮਾਸ ਨਹੀਂ ਖਾਂਦਾ। ਗੋਰੇ ਤਾਂ ਇਸ ਪਾਸੇ ਲੱਗ ਜਾਣ, ਸਾਡੇ ਬੰਦੇ ਜਿਹੜੇ ਨੇ ਉਹ ਨਹੀਂ ਸੋਚਦੇ ਇਸ ਗੱਲ ਨੂੰ। ਇੱਕ ਵਾਰ ਮੈਂ ਆਇਰਲੈਂਡ ਗਿਆ ਅਤੇ ਉੱਥੇ ਸਾਡੇ ਇੰਟਰਨੈਸ਼ਨਲ ਵੈਜੀਟੇਰੀਅਨ ਯੂਨੀਅਨ ਦਾ ਇੱਕ ਜਨਰਲ ਸੈਕਟਰੀ ਸੀ, ਮਿਸਟਰ ਗਨ ਕਿੰਗ, ਉਹ ਰਹਿੰਦਾ ਬੈਲਫਾਸਟ ਸ਼ਹਿਰ। ਇੱਕ ਹੋਰ ਗੋਰਾ ਦਾ ਮੈਨੂੰ ਨਾਂ ਨਹੀਂ ਯਾਦ ਰਿਹਾ,
ਉਹ ਵੀ ਵੈਜੀਟੇਰੀਅਨ ਯੂਨੀਅਨ ਦਾ ਉੱਥੇ ਰਹਿੰਦਾ ਸੀ। ਉਹ ਮੈਨੂੰ ਲੈਣ ਵਾਸਤੇ ਆਏ। ਜਿਹੜਾ ਇੱਕ ਹੋਰ ਗੋਰਾ ਜਿਹਦਾ ਮੈਨੂੰ ਨਾਂ ਨਹੀਂ ਯਾਦ, ਉਹ ਸਮੁੰਦਰ ਕੰਢੇ ਘਰ ਸੀ, ਉੱਥੇ ਮੈਨੂੰ ਲੈ ਗਿਆ। ਉੱਥੇ ਜਾ ਕੇ ਉਹਨੇ ਮੈਨੂੰ ਸਾਬਣ ਵਿਖਾਇਆ ਕਿ ਸਾਬਣ ਉਹ ਹੈ ਜਿਹਦੇ ਵਿੱਚ ਚਰਬੀ ਨਹੀਂ, ਜਿਹਦੇ ਵਿੱਚ ਕੋਈ ਕਾਸਟਿਕ ਨਹੀਂ। ਇਹ ਸਭ ਚੀਜ਼ ਤੋਂ ਬਿਨਾਂ ਸਾਬਣ ਮੈਂ ਬਣਾਉਂਦਾ। ਨਾਲ ਉਹਨੇ ਦੱਸਿਆ ਕਿ ਆਹ ਜਿਹੜਾ ਮੇਰਾ ਕੁੱਤਾ ਹੈ ਨਾ, ਇਹ ਵੈਜੀਟੇਰੀਅਨ ਹੈ। ਉਸ ਤੋਂ ਬਾਅਦ ਮੈਂ ਮਿਸਟਰ ਗਨ ਕਿੰਗ ਦੇ ਘਰ ਰਾਤ ਰਿਹਾ ਜਾ ਕੇ। ਉਹਨੇ ਦੱਸਿਆ ਕਿ ਮੇਰੀ ਬਿੱਲੀ ਵੈਜੀਟੇਰੀਅਨ ਹੈ। ਗੋਰੇ ਜਿਹੜੇ ਬਹੁਤ ਪੁੱਠੇ ਪਾਸੇ ਤੁਰਦੇ ਨੇ, ਖਾਣ ਪੀਣ ਦਾ ਉਹਨਾਂ ਦਾ ਪਰਹੇਜ਼ ਨਹੀਂ, ਉਹ ਉਹਨਾਂ ਦੇ ਤਾਂ ਕੁੱਤੇ ਬਿੱਲੀਆਂ ਜਿਹੜੇ ਨੇ ਉਹ ਨਹੀਂ ਖਾਂਦੇ ਮਾਸ ਵਗੈਰਾ। ਅਤੇ ਸਾਡੇ ਬੰਦੇ ਸਿੱਖ ਹੋ ਕੇ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪੁਲੀਤ, ਜੋ ਰਤ ਪੀਵਾ ਹੈ ਮਾਨ ਸਾਧਨ ਕਿਉਂ ਨਿਰਮਲ ਚੀਤ। ਜੋ ਜਾਮਾ ਨੂੰ ਮਤਲਬ ਹੈ ਸਰੀਰ, ਕੱਪੜੇ ਨੂੰ ਰਤ ਲੱਗ ਜਾਏ ਤਾਂ ਸਾਰਾ ਸਰੀਰ ਅਪਵਿੱਤਰ ਹੋ ਜਾਂਦਾ, ਅਤੇ ਉਹਨੂੰ ਪੀਣ ਵਾਲੇ ਪਰਹੇਜ਼ ਨਹੀਂ ਕਰਦੇ। ਇਹ ਰਾਹ ਜਿਹੜਾ ਹੈ, ਇਹਦੇ ਵਿੱਚ ਵੱਡਾ ਪਰਹੇਜ਼ ਜਿਹੜਾ ਹੈ ਬਾਹਰਲੀ ਚੀਜ਼ਾਂ ਦਾ, ਮਾਸ ਸ਼ਰਾਬ ਦਾ। ਫਿਰ ਮਰਿਆਦਾ ਰੱਖੀ ਜਾਵੇ ਜਿਹੜੀ ਕਦੇ ਨਾਮਧਾਰੀਆਂ ਵਿੱਚ ਬਹੁਤ ਉਸ ਮਰਿਆਦਾ ਦਾ, ਉਸ ਮਰਿਆਦਾ ਦੀ ਵਰਤੋਂ ਸੀ। ਅੱਜ ਉਹ ਮਰਿਆਦਾ ਬਹੁਤ ਸਾਰੀ ਘੱਟ ਗਈ ਹੈ। ਤੁਹਾਡੇ ਬਜ਼ੁਰਗ ਜਿਨ੍ਹਾਂ ਨੂੰ ਦੀਵਾਨ ਵਿੱਚ ਘੁੰਗਰੂ ਬਣ ਕੇ ਨੱਚਦਿਆਂ ਵੀ ਸੰਗ ਨਹੀਂ ਸੀ ਆਉਂਦੀ, ਸਾਡੇ ਬੱਚਿਆਂ ਨੂੰ ਦੀਵਾਨ ਵਿੱਚ ਆਉਣ ਦੀ ਸੰਗ ਆਉਂਦੀ ਹੈ, ਅਤੇ ਉਹਨਾਂ ਨੂੰ ਦਾੜ੍ਹੀ ਦੀ ਸੰਗ ਆਉਂਦੀ ਹੈ, ਕੇਸਾਂ ਦੀ ਸੰਗ ਆਉਂਦੀ ਹੈ। ਮਾਪੇ ਵਿਚਾਰੇ ਬੜੇ ਦੁਖੀ ਹੁੰਦੇ ਨੇ ਕਈ, ਜਦੋਂ ਬੱਚੇ ਸਿਰ ਮੁੰਡਾ ਦਿੰਦੇ ਨੇ। ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮਾਹੌਲ ਕੁਦਰਤੀ ਘਟ ਗਿਆ ਹੁੰਦਾ ਨਾ। ਜਿਹੜਾ ਕਹਿੰਦੇ ਨੇ ਅੰਗਰੇਜ਼ੀ ਬੋਲਣ ਵਾਲੇ ਸਕੂਲ ਨੇ ਨਾ, ਉੱਥੇ ਕੋਈ ਚੀਜ਼ ਹੋਰ ਦੂਸਰੀ ਬੋਲੀ ਨਹੀਂ ਬੋਲਣ ਦਿੰਦੇ ਤਾਂ ਕਿ ਅੰਗਰੇਜ਼ੀ ਦੀ ਪੂਰੀ ਤਰ੍ਹਾਂ ਮਹਾਰਤ ਹੋ ਜਾਵੇ। ਸਾਧ ਸੰਗਤ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਕੀਤਾ ਜਾਵੇ ਤਾਂ ਸ਼ਾਇਦ ਕੁਝ ਬਚਾਅ ਹੋਵੇ। ਫਿਰ ਵੀ ਸਤਿਗੁਰਾਂ ਦੀ ਬੜੀ ਕਿਰਪਾ ਹੈ, ਇੱਥੋਂ ਦੇ ਨੌਜਵਾਨ ਬੱਚੇ ਜਿਹੜੇ ਨੇ ਉਹ ਭਜਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਵੇਰੇ ਉੱਠਦੇ ਨੇ, ਮਾਸ ਸ਼ਰਾਬ ਤੋਂ ਰਹਿਤ ਨੇ, ਸਿਨੇਮਾ ਨਹੀਂ ਦੇਖਦੇ ਬਹੁਤ ਸਾਰੇ ਬੱਚੇ। ਬਹੁਤ ਕਿਰਪਾ ਸਤਿਗੁਰਾਂ ਦੀ ਇਸ ਸਮੇਂ ਵਿੱਚ ਵੀ। ਪਰ ਦੁਨੀਆ ਦਾ ਮਾਹੌਲ ਜਿਹੜਾ ਨਾ ਉਹ ਇਸੇ ਤਰ੍ਹਾਂ ਦਾ ਕਿ ਇਹ ਵੀ ਚੀਜ਼ ਮੇਰੇ ਕੋਲ ਹੋਵੇ, ਇਹ ਵੀ ਚੀਜ਼ ਮੇਰੇ ਕੋਲ ਹੋਵੇ, ਸਾਰਾ ਹੀ ਦੁਨੀਆ ਦਾ ਰਾਜ ਮੇਰੇ ਕੋਲ ਹੋਵੇ। ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਆਦਮੀ ਰੱਜ ਨਹੀਂ ਸਕਦਾ। ਇੱਕ ਰਾਜਾ ਪਾਰਸਨਾਥ ਹੋਇਆ, ਉਹਨੇ ਸਾਰੀ ਦੁਨੀਆ ਜਿੱਤ ਲਈ। ਸਾਰੀ ਦੁਨੀਆ ਜਿੱਤ ਕੇ ਬਹੁਤ ਵੱਡੀ ਸਭਾ ਕਰਕੇ ਉਹਦੇ ਵਿੱਚ ਉਹਨੇ ਆਖਿਆ ਭਈ ਮੈਂ ਸਾਰਿਆਂ ਨੂੰ ਜਿੱਤ ਲਿਆ, ਕੋਈ ਐਸਾ ਹੈ ਜਿਹਨੂੰ ਮੈਂ ਨਹੀਂ ਜਿੱਤਿਆ। ਇੱਕ ਬਜ਼ੁਰਗ ਵਜ਼ੀਰ ਉਹ ਬੜਾ ਕੰਬਦਾ ਉੱਠ ਕੇ ਅਤੇ ਉਹਨੂੰ ਅਰਜ਼ ਬੇਨਤੀ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਥਾ ਲਿਖੀ ਹੈ। ਕਹਿੰਦਾ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਕਹਾ ਪਇਓ ਜੋ ਸਭ ਹੀ ਜਗ जीत कह लोगन को बहु त्रास दिखायो, और कहा जो पै देश विदेशन माहे भले गज गाहे बंधायो। जो मन जीतत है सब देश वह तुमरे नृप हास ना आयो। ਜਿਹੜਾ ਮਨ ਸਾਰੀ ਦੁਨੀਆ ਨੂੰ ਜਿੱਤਦਾ ਫਿਰਦਾ ਉਹਦੇ ਤੇਰੇ ਹੱਥ ਹੀ ਨਹੀਂ ਲੱਗਾ, ਤੂੰ ਕੀ ਕਰ ਲਿਆ ਦੁਨੀਆ ਨੂੰ ਜਿੱਤ ਕੇ। ਫਿਰ ਉਹ ਉਹਨੂੰ ਪੁੱਛਦਾ ਵੀ, ਉਹ ਕਹਿੰਦਾ ਕਿ ਵਿਵੇਕ ਅਤੇ ਮੋਹ ਜਿਹੜੇ ਨੇ ਨਾ ਇਹ ਦੋ ਸੂਰਮੇ ਨੇ, ਇਹਨਾਂ ਨੇ ਫੌਜਾਂ ਬਹੁਤ ਵੱਡੀਆਂ ਲਿਖੀਆਂ ਨੇ। ਕਾਮ ਸੂਰਮਾ, ਕ੍ਰੋਧ ਸੂਰਮਾ, ਲੋਭ ਸੂਰਮਾ, ਮੋਹ ਸੂਰਮਾ, ਈਰਖਾ ਅਤੇ ਬਖੀਲੀ ਅਤੇ ਬੜੇ ਸੂਰਮੇ ਲਿਖੇ ਨੇ ਮੋਹ ਦੇ। ਇਸੇ ਤਰ੍ਹਾਂ ਹੀ ਵਿਵੇਕ ਦੇ
सत संतोख दया धर्म आर जिहड़े ने सूरमे लिखे ने। उन्हें पूछा ये हैगे कित्थे ने? उन्हें आख्या ये तैनूं दसेगा एक मच्छ दे पेट विच मछंदर जोगी है, वो तैनूं दसेगा ये कित्थे रहिंदे ने। वो कहंदा बई वो है कित्थे? उन्होंने क्षीर समुंदर लिखिया उत्थे, उहदे विच हैगा वो, ते उहनूं बड़े जाल पाउंदे ने, कोई जाल काम नहीं करदा उहनूं फड़न दा। फिर ज्ञान का जाल लिखिया उत्थे उन्होंने पाया, उहनूं फड़िया, उहनूं फड़ के फिर किसी हथियार नाल कट्टिया नहीं जाता। उत्थे लिखिया छुरका विवेक लै हाथ ते काटिओ ते हाथ। विवेक का छुरका छुरा लैके उहनूं कट्टिया, उहनूं ताड़ी लगी सी बड़े चिर दी। जदों वो जागया तो उहनूं पुछया, उन्हें आख्या ये कित्थे सूरमे कित्थे रहिंदे ने? वो जिहड़ा वड्डा सूरमा वो कित्थे रहिंदा है? उन्हें आख्या अविवेक है तिह नाओ तब ही मैं तिह ठाओ। उहदा नाम अविवेक या मोह उहदा नाम है, वो तेरे हिरदे विच रहिंदा है। फिर उन्हें आख्या भी इन्हां नूं किस तरह जित्या जा सकदा? उन्हें आख्या इन्हां नूं जितदे जितदे बड़े मर गए ने। उन्हें फिर बहुत कोशिश की, बड़ी कोशिश करके उन्हें वेख्या, ਉਹਦੇ काबू ਵਿੱਚ ਉਹ गल नहीं आई। फिर वो अग ला के सड़न लगा, अग उन्हें साड़ती नहीं। फिर वो जोग अग्नि उपराज के वो सड़ के मर गया, एडा वड्डा राजा, ते ਉਹਦੇ मन काबू नहीं आया। सब गज के आखो धन श्री सतगुरु राम सिंह। सतगुरु राम सिंह के सिखां ने, सतगुरु प्रताप सिंह के सिखां ने इस मन को काबू करके इस संसार से दसिया भी सारा कुछ हो सकता। सतगुरु हरि सिंह सच्चे पातशाह के कोल ने अर्ज की, सिख ने आके आंदा पंजां दा की हाल जे? सतगुरां ने आख्या जिहदे बस विच एक आ गया ना सारे ही आ गए उहदे विच। तो इस जगह बैठ के इस स्कूल विच, इस विद्यालय विच, इस सत्संग दे विच बह के ये गल्लां याद करनियां ने। फिर जिस तरह घर दे विच जाके बह के सवाल कढ़ी दे ने, इस तरह घर विच जाके भी इहदे ते अभ्यास करना है, आप करना है, अपने बच्चों नूं कराउणा है। ये विचार करना है कि असी अपने मन नूं इस तरह का बनाया, हमरे अवगुण बहुत बहुत है, बहु बार बार हर गणत ना आवे, तू गुणवंता हर हर दयाल हर आपे बख्श लै हर पावै। जे ये गल सच्ची मुच्ची साडे मन विच वस जावे, पर ये इस तरह की गल है कि जिवें तुसीं समुद्र के कंढे चले जाओ, समुद्र के कंढे ते छलां आउंदियां ने, मिट्टी वाला पानी हो जाता है, पर हौली हौली समुद्र के 2 4 5 6 मील अंदर चले जाओ, उत्थे पानी मिट्टी वाला नहीं होता। जिवें जिवें सत्संग वाले पासे साडा विचार बनता है, उवें उवें जिहड़े साडे मन के बुरे विचार ने वो साडे विचों निकलते जाते हैं। बस तू अंदर वस समावै दूजी होवै पास। एक घड़े विच मिट्टी पई है, उहदे दुध नहीं पै सकता, वो मिट्टी कढ़ दिओ, साफ करो, फिर उहदे दुध पाओ। मैं शायद अगे भी अर्ज की होवे, एक रुलदू सिंह होया नामधारी, उहदे मन में आया कि मैं भजन पुछ के अपना इत्थे जीवन सफल करा, ताकि अगे जाके मैनू कोई पुछ गिछ ना होवे, मुड़ के इस रूप संसार में मैनू आना ना पवे। संत जमीत सिंह होरां गिल्लां वालियां कोल गया, उन्हां कोल अर्ज की, उन्होंने आख्या 1 साल भर बैठ जा, स्नान करके तड़के बैठा कर, तैनूं आपे नाम की प्राप्ति होएगी। लोड़ वालियां दी गल्लां ने, तुहानूं पता है तुसां बाहरले देश जाना है, 100 झूठ बोल के, कई पखंड करके कई फड़े जाते हैं, उन्होंने सज़ा हो जाती है, पर दूजे हटते नहीं, कहते ये निकल नहीं निकल सकिया, मैं निकल जावांगा।
पर वो जिन्होंने इस गल की लोड़ होंदी है वो भी अपने ये गल नूं पूरी करने की कोशिश करते हैं। साल भर बैठे, कोई गल नहीं बनी, फिर गए, फिर उन्होंने आख्या एक साल होर बैठ, फिर एक साल होर बैठे, फिर भी गल नहीं बनी। फिर तीजे साल फिर आख्या भी फिर बैठ। तीजे साल दे कुछ समा गुजरिया वो संत जमीत सिंह होरी उन्होंने कोल आ गए तो उन्होंने आख्या भी हुण तेरा भांडा साफ होया, हुण तेनू नाम मिलेगा। नाल सूई राग दी ये तुक पढ़ी, भांडा धोए बैस धूप देवो। भांडे नूं धोवो, साफ करो, सुकाओ, फिर उन्होंने खुशबू वाला बनाओ। भांडा धोए बैस धूप देवो तो तू देखो जाओ। तो मेरा सिर्फ कहने का मतलब ये है भी ये हौली हौली करद्या करद्या फिर वो बड़े बहुत उच्चे पुरुष होए। उन्होंने आख्या भी तैनू ये बहुत वधिया चीज़ दी, इनू पक्का कर, इनू इहदा अभ्यास कर। सारी सारी रात बैठ के किली नाल केस बन लेने, रस्सी बन के, जे नींद आवे झटका वजे फिर जाके फिर नाम सिमरन करना पैना। जिवें जिहड़े बच्चे BA MA करते हैं, सारी सारी रात पढ़ते रहते हैं भी मैं कि इम्तिहान तो फेल ना हो जावां। उन्होंने ये सी कि मैं अपना इम्तिहान इस संसार का जिहड़ा उन्होंने पास करा। फिर जो मूँह आंदे सन वो कुछ हुंदा सी। सतगुरु राम सिंह नेड़े दे पिंड आए नशहरे, अर्ज की साढ़े घर चरण पाओ सुभाषपुर। सच्चे पातशाह आए तो बस्तर जिहड़े सन वो मत्था टेक दिते ते चरनां दा जोड़ा ये समझ के भई सतगुरां दे चरण कोमल ने लगेगा, वो ना मत्था टेकिया। सतगुरां आख्या रुड्डू सिंह जोड़ा लाया मैं नहीं लगता, बस चरनां ते डिग पे। बहुत वधिया साधु होए ने। एक उन्होंने पिंड एक माई आई, उन्हें आख्या मेरा पुत्र जिहड़ा ना बीमारी पै गई, जिन्हों होवे वो मरे, जिन्हों होवे वो मर जाए। उन्हें आख्या हाँ जी मेरा पुत्र जिहड़ा वो मर चलिया। आने तेरा पुत्र नहीं मरदा, मेरा जवाई कंग पिंड है उत्थे वो मर गया, तू फिक्र ना कर, तेरा पुत्र नहीं मरदा। धी रंडी हो जानी है। वो इस चीज़ तो उच्चे हो जाते हैं बहुत, वो फिर वह माई का पुत्र बच जाता है। तो मेरा सिर्फ कहने का मतलब ये है कि भांडा चंगी तरह साफ किया जाए, ये तां ही साफ हो सकता है। रोज़ साध संगत करवाई जाए, वो पुस्तकां पढ़िया जान जिन्हां विच ये गल्लां लिखियां ने, उन्हां बंदियां दी संगत की जाए जिन्हां ने इस गल नूं समझाउणा है चंगी तरह कि ये दुनिया संसार का जिहड़ा काम है ये बड़ा झूठा है, इहदे विच प्रवृत्त हो के असीं फस के मार खांदे हां। जदों सतगुरु कृपा करता है सानू चंगियां गल्लां करन दा समा मिलता है। सतगुरु राम सिंह सच्चे पातशाह ने जिस तरह अपने अपने समय सारे सतगुरुआं ने अपने ढंग नाल उस समय नूं निभाया, पर सतगुरु राम सिंह का समा आया वो वेला सी जिस वे अंग्रेज़ के खिलाफ कोई साह नहीं सी लैंदा। ये आख्या जाता सी भी अंग्रेज़ के राज सूरज नहीं छिपदा, लोकां नूं दबाया जाता सी। पब्लिक के लोगों के सामने उन्होंने फांसियां दरख्तां दे नाल दित्ती जांदियां सी दहशत फैलाउण वास्ते। पर वो समा एक ऐसा आया, सतगुरु राम सिंह आए, उन्होंने नाम जप के नाम जपवा के सिखां तो इन्ना वड्डा काम लिया कि जिसकी कोई मिसाल नहीं। ये ठीक है कि अमृतसर जलियांवाला बाग दे विच जिहड़ी यादगार बनी है वो भी शहीद होए, पर वो शहीद होने वास्ते नहीं सन गए, वो लैक्चर सुनन गए सन। तो उन्होंने गोलियां वजियां, किसी नूं भजदियां पिछों वजियां, पर इधर ये तैयार होकर गए सन सिख सतगुरु राम सिंह दे कि असीं वेखदे हां कि मौत जिहड़ी है वो की कर सकदी सानूं। कई अंग्रेज़ के राज में इहो जिहे काम होए कि उन्होंने सिखां तो ही सिखां के खिलाफ फतवे दवाए, सिखां नूं सिखां के खिलाफ किया, तो इतिहास इस तरह के गलत कर दिते। ये आख्या कि नामधारी सिखां नूं तोपां के बन के उड़ाया, ये बिल्कुल गलत गल है सारी।
और दिमागां लोगों के बिठा दी गई है गल। भाई ज्ञानी ज्ञान सिंह जी का नाम तो सुनिया होगा, जिन्होंने बड़ा बड़ा सिख इतिहास लिखा, पंथ प्रकाश लिखा। उन्होंने लिखा कि दीवे जिस जो जाए पतंगे त्यों तोपन जिस जाए निसंगे। जिमें दीवे के पतंगे जाते हैं ना, इस तरह निशंग हो के भज भज के तोपां दे अगे जाते सन, तो ये बने हुए हो सकते हैं। फिर वरियाम सिंह आख्या गया तेरा कद छोटा है, उन्हें वाहन चो टीमा फड़ के थले रख के उन्हें आख्या हुण तो नहीं मेरा कद छोटा। पर उन्होंने पाड़ के सिखां आपस में इस तरह का किया। मौका मिलेगा तो दूजी मेरा मैं तुहानूं विखावांगा। संघ आउंदी इहो जिहियां गल्लां करदे हां। 1912 ਦੇ ਵਿੱਚ 2 पैंफलेट छपे सिखां ਵੱਲੋਂ ही, जिस का नाम सी सिख लायल्टी। एक दूसरा पैंफलेट है ਉਹਦਾ नाम है अंग्रेजी राज ਦੀਆਂ बरकतां। तकरीबन इक्को जिहा थोड़ा थोड़ा फर्क नाल ने सारे। उन्होंने इस तरह के भाव दिते गए जिस तरह कच्छ कड़ा तो ये सिक्खी के निशान जोड़े ने साढ़े वास्ते जरूरी ने। इस तरह ही अंग्रेज़ की भगती भी साढ़े वास्ते बड़ी जरूरी है। पर दूजे पासे समुद्रां च डोब के मारे, तूफान अगे उड़ाए, फांसियां दिते गए, पर किसी ने माफ़ी नहीं मंगी। ये सतगुरु राम सिंह की बरकत सी। इतिहास में साढ़े दुश्मन जिहड़े अंग्रेज़, उन्होंने लिखिया नामधारियों वास्ते कि कूका जिहड़ा है ना, ये अंग्रेज़ का वफादार नहीं हो सकता। छोटा जिहा शब्द है, पर किसी होर संस्था किसी आदमी वास्ते ये नहीं शब्द वरत्या इतिहास विचों लभदा। किड्डी वड्डी गल ये सतगुरु राम सिंह की कृपा सी। ऐतकां 6 जे मलेरकोटले जिहड़े शहीद होए ने सिंह, उत्थे आए सन अटल बिहारी वाजपेयी जी साढ़े दीवान दे विच। उन्होंने गल आखी सी बड़ी वधिया। उन्होंने आख्या भी जदों सतगुरु राम सिंह ने अंग्रेज़ के खिलाफ बीड़ा चुक्या सी, उदों किहड़ी पार्टी सी? अजकल पार्टियां बना के तो उन्होंने अगे लियाउंदे ने, लड़ते हैं, उन्होंने कोई पार्टी नहीं सी। पर उन्होंने नाम जपा के नाम की शक्ति नाल फिर सिखां जिहड़े हरमंदर साहब वाले पुजारी तो उन्होंने वालों बड़ी तगड़ी मुखालफत हुई। सतगुरु राम सिंह सच्चे पातशाह ने एक हुक्मनामा लिखिया पुजारियों के नाम। उन्होंने लिखा कि जे तो राम सिंह ने टुंडा खड़ा किया तो इसमें दबा दो, बंद कर दो। जे अकाल पुरख की शक्ति है तो फिर इहनूं तुसीं दबा नहीं सकते, तुसीं इहदे विच रहो, आपस लड़ो ना साडे नाल। सतगुरु राम सिंह सच्चे पातशाह अकाल पुंगे जाते हैं तो उन्होंने अरदास नहीं प्रवान की जाती। हुक्मनामे जारी किए गए सारे सिख जिहड़े गुरुद्वारे सन उन्होंने कि इन्हों कोई गुरुद्वारा ना वड़न दे। पर जिस तरह अकाल पुरख की जाए उन्होंने जिसको लाया तो यही लागा वाली गल। हुण बड़े चिर पिछों थोड़ा थोड़ा सतगुरु राम सिंह बारे जानकारी जिस तरह होती है वो लोगों ने आखना शुरू किया। सतगुरां ने बड़ी कृपा की है। मेरे वेखण विच पहली बार बनारस संपूर्णानंद संस्कृत यूनीवर्सिटी में सतगुरु राम सिंह जी चेयर स्थापित हुई। उस तो बाद हुण साडे पंजाब सरकार कोशिश कर रहे हैं, उन्होंने भी बहुत सारे इस तरह के उपराले किए कि सतगुरु राम सिंह की चेयर स्थापित की जाए गुरु नानक यूनीवर्सिटी अमृतसर में। शायद सरदार हरभजन सिंह जी सोच उत्थे है ने, वो ये काम कर रहे हैं सारा। मेरा सिर्फ कहने का मतलब यह है भाई सतगुरु राम सिंह ने एक कृपा की, जिहड़े सिख भेजे रूस विच जां किते भी, उन्होंने नाल इन्नी नाम की ताकत दी कि उन्होंने वो कुछ नहीं कर सके। राज फड़िया बाबा गुरचरण सिंह जी सन जिहड़े बाबे पुराने के अंश विचों, वो रूस जाते हैं आते हैं, कई गेड़े उन्होंने लाए ने, तो उन्होंने मगर सूइए ला दिते कि इन्हों फड़ो। उन्होंने फड़ा दिता तो वो उतों सतगुरु राम सिंह वास्ते रूस विचों चोगे लियाए
कोई मुरासले कोई लिखतां लिआंदियां उस वेले समय। तो ये सतगुरु राम सिंह सच्चे पातशाह ने कृपा की। तो साडा इतिहास जिहड़ा सतगुरु राम सिंह सिखां दे गुरु और सतगुरु राम सिंह दे सिख, वो भारत दे वासी, वो भारत तो बाहर दे नहीं सन, पर ये उन्होंने दे वास्ते बहुत कुछ अंग्रेज़ों ने किया करवाया। जो सिंह सभा की बुनियाद रखी तो नामधारी के खिलाफ शुरू की गई थी। उहदे विच भी दो हो गई। जिस वे उन्होंने देखा भी अंग्रेज़ जिहड़े ने अंग्रेज़ अपनी मर्जी नाल फतवे दवाउंदे ने, तो उन्होंने भी कोई सिख फिर मतलब अंग्रेज़ों के आखे नहीं सन लगते, उन्होंने सिंह सभा तो हटा दिता। तो मैं तुहानूं ये अर्ज करनी कि समा साध संगत के रूप में मिलण का बड़ा घट मिलता है। क्लबां विच, सिनेमिਆਂ विच, होर कई थावां ते असीं मिलते हैं, पर सब तो जरूरी जिहड़ा समा साडा वो साध संगत के रूप में मिलण का। मैनूं बड़ी खुशी हुंदी है कि अज जिन्हां नूं सतगुरां ने कुर्सियां का माण बख्शिया, वो भी बड़ी निर्माणता नाल सेवा कर रहे हैं, तो इत्थे साडे कोल साध संगत विच आके दर्शन दे रहे हैं, दर्शन कर रहे हैं। मैं तुहानूं सिर्फ यही आखना है भी कुदरती समा मिलिया मैनूं। इस वे मेरा प्रोग्राम आउण दा कोई नहीं सी। हरभजन सिंह जोगी उन्होंने नाम तुहां सुनिया होना, उन्होंने बड़ा जोर लाया कि वो पैरिस के कोल उन्होंने एक कैंप लगा है, 300 के करीब 12-14 देशों के आदमी गोरे जिहड़े ने उन्होंने कोल आके उत्थे जिहड़े मास्टर टीचर बनते हैं वो उत्थे इकट्ठे होए सन। मैनूं उन्होंने आख्या भी तूं उत्थे जरूर आ। उत्थे आउण करके ये समा मिलिया तुहाडे नाल तुहाडे दर्शन मेले करन दा। तुसीं ये देखो, मैं अपने सिखां नूं अर्ज करनी चाहूँ, मैनूं बड़ी खुशी हुंदी है जदों इहो जिहे अहुदियां दे सिख बैठे दाड़े किस हिसाब के शब्द लई बैठे ने। ते तुसीं नामधारी की दूसरे सिख की अपना सिੱਖੀ ਸਰੂਪ ना गवाओ। ਇਹਨੂੰ ਤੁਸੀਂ ਇਹ ਚੇਤਾ ਰੱਖੋ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 4 ਸਾਹਿਬਜ਼ਾਦੇ ਸਾਡੇ ਵਾਸਤੇ ਵਾਰੇ ਨੇ, ਤੁਹਾਨੂੰ ਆਖਿਆ ਵੀ ਤੁਸੀਂ ਮੇਰੇ ਪੁੱਤਰ ਹੋ, ਮੈਨੂੰ ਨਾ ਪੁੱਤਰਾਂ ਹੀ ਲਓ। ਇਹ ਧਿਆਨ ਰੱਖੋ ਇਸ ਗੱਲ ਦਾ। ਸਾਡੇ ਪੁੱਤਰ ਨੂੰ ਵਸੂਲ ਦਿੱਤੇ ਸਾਨੂੰ ਬੜੀ ਗੱਲ ਜਾਪਦੀ। ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਾਏ ਇਸ ਕੰਮ ਵਾਸਤੇ। ਅਤੇ ਆਪਣੇ ਇਸ ਸਰੂਪ ਦਾ ਧਿਆਨ ਰੱਖੋ। ਮਾਸ, ਸ਼ਰਾਬ, ਆਂਡੇ, ਸਿਗਰਟਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸ਼ਰਾਬ ਐਸੀ ਚੀਜ਼ ਹੈ ਵੀ ਕਿਸੇ ਵੀ संस्था में प्रवान नहीं, ना हिंदुओं प्रवान, ना मुसलमानों प्रवान, ना सिखा प्रवान, तो तुरी सारे फिरती फिरे। ये सारा माया का प्रभाव है। वो नहीं देखती कि हिंदू है, मुसलमान है, ये 6 फुट लम्बा है, 2 फुट उच्चा है, वो सारे जा वड़ती है। मुन जोगी शास्त्र की कहावत, सब कीने बस अपने ही, 3 देव अर कोट ते दिशा, दिन की हैरत कछ न रही, बलवंत व्याप रही सब मही, जीत जीत जीते सब थाना, सगल भवन लप रही, अवर न जान सको मरमा, गुर कृपा से रही। आखिरी तो उसे लिखते हैं, कहो नानक साध ते भागी, वो बन जाओ फिर भजेगी तुहाडे कोल। कहो नानक साध ते भागी, होए चेरी चरण गई। मैं तुहानूं अर्ज करनी तगड़ी होके भजन बाणी करो। मैंने बड़ी खुशी है। इत्थे लंडन विच भी शायद नितनेम सवेरे होंदा तड़के, बर्मिंघम विच, साउथ हाल विच सवेरे उठ के 2 तो 4 बजे तक 6 बजे तक। मैंने परसों टैलीफोन आया टोरंटो तो, उत्थे भी उन्होंने 14-15 सीरीज शुरू कर दिते हैं, जिहड़े सवेरे 2 बजे तो 6 बजे तक बैठ के नाम सुनन करते हैं। ये बड़ा औखा काम है। साढ़े संत भाई अजीत सिंह जी सन, तड़के उठ के इशनान करके भजन करना शेर का शिकार है। रजाई में हथ पैर नहीं लगे होंगे, थल्ले निकल नहीं दिंदी वो। हुण थोड़ा चिर करदे इस तरह दिन चढ़ जाता है। तो अपना काम जिहड़ा अमृत वेला सच ना हो वडियाई विचार करके उठ के भजन कराया करो, अरदास कराया करो, बख्शिश मंगया करो। कोई भजन करके ये ना दिल च आवे कि मैं करदा, जे मैं वाली गल आ गई तो सारा कुछ खत्म हो जाता। फिर इस तरह हो जाता है, तीरथ वर्त अरदान कर, मन में तरह गुमान, कहो नानक। वो फिर इस तरह की जिस तरह हाथी का इशनान है ना, हाथी का इशनान की है, हाथी पहले पिंड च पानी पाउंदा है, फिर मिट्टी पाउंदा उत्ते, इस तरह की गल बन जाती है।
तो मैं ਤੁਹਾਨੂੰ ਇਹ ਅਰਜ਼ ਕਰਨੀ, ਤੜਕੇ ਉੱਠ ਕੇ ਭਜਨ ਕਰਿਆ ਕਰੋ ਹਰ ਵੇਲੇ। ਜਿਨ੍ਹਾਂ ਨੇ ਭਜਨ ਪੁੱਛਿਆ, ਨਾਮ ਦਾ ਜਾਪ ਮੂੰਹ ਵਿੱਚ ਹੋਵੇ, ਤਾਂ ਕਿ ਜਿਸ ਵੇਲੇ ਇਸ ਸੰਸਾਰ ਤੋਂ ਜਾਣਾ ਹੈ ਉਸ ਵੇਲੇ ਪਤਾ ਨਹੀਂ ਕਿਹੜਾ ਵੇਲਾ ਉਹ ਆ ਜਾਣਾ, ਉਸ ਵੇਲੇ ਸਾਡੇ ਮੂੰਹ 'ਚ ਨਾਮ ਹੋਵੇ। ਉਹ ਨਾਮ ਜਿਹੜਾ ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਲੈ ਕੇ ਜਾਵੇ, ਅਸੀਂ ਇੱਧਰ ਉੱਧਰ ਨਾ ਭਟਕੀਏ। ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਾਰੇ ਇਕੱਠੇ ਹੋ ਕੇ ਰੱਬ ਦਾ ਨਾਂ ਲੈਣ, ਸਾਰੇ ਇਕੱਠੇ ਹੋ ਕੇ ਸ਼ਿਕਾਰ ਖੇਡਦੇ ਨੇ, ਸਾਰੇ ਇਕੱਠੇ ਹੋ ਕੇ ਕਲੱਬਾਂ ਸ਼ਰਾਬਾਂ ਪੀਂਦੇ ਨੇ, ਹੋਰ ਕਈ ਕੰਮ ਕਰਦੇ ਨੇ। ਉਹਨਾਂ ਨਾਲੋਂ ਇਹ ਕੰਮ ਚੰਗਾ ਵੀ ਸਾਰੇ ਇਕੱਠੇ ਹੋ ਕੇ ਰੱਬ ਦਾ ਨਾਂ ਲੈਣ, ਤਾਂ ਕਿ ਅਸੀਂ ਰੱਬ ਦੇ ਹਵਾ ਸਕੀਏ, ਸਾਰੇ ਇੱਕ ਦੇ ਬੱਚੇ ਬੱਚੀਆਂ ਹੋਈਏ ਅਤੇ ਸਾਡੀ ਜੀਵਨ ਯਾਤਰਾ ਸਫਲ ਹੋਵੇ। ਮੈਨੂੰ ਗੱਲ ਯਾਦ ਆ ਗਈ ਹੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਰਿਕਾਰਡ ਹੋਇਆ ਕਿ ਕੰਪੋਗ ਸੱਚੇ ਪਾਤਸ਼ਾਹ ਥਾਈਲੈਂਡ ਬਹੁਤ ਵਾਰ ਜਾਂਦੇ ਨੇ। ਉੱਥੇ ਕੋਈ ਮੁਸਲਮਾਨ ਜਿਹੜੇ ਸਨ ਉਹ ਲੈਣ ਆਉਂਦੇ ਸਨ, ਅਤੇ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਇਹ ਇੰਨੇ ਮੁਸਲਮਾਨ ਸਾਨੂੰ ਭਰਾ ਜਿਹੜੇ ਲੈਣ ਵਾਸਤੇ ਆਏ ਨੇ, ਸਾਨੂੰ ਇਹਨਾਂ ਦੀ ਬੜੀ ਖੁਸ਼ੀ ਹੈ। ਅਤੇ ਇੱਕ ਉੱਥੇ ਉਹਦਾ ਨਾਂ ਸੀ ਅਰਬ ਕਰਕੇ ਕੁਛ ਨਾਂ ਸੀ, ਉਹ ਮੁਸਲਮਾਨ ਸੀ। ਉਹ ਸਤਿਗੁਰਾਂ ਨੂੰ ਜੱਫੀ ਪਾ ਕੇ ਮਿਲਦਾ ਹੁੰਦਾ। ਅਤੇ ਇੱਕ ਮੁਸਲਮਾਨ ਆਇਆ ਅੰਮ੍ਰਿਤਸਰ ਘੋੜਿਆਂ ਦੀ ਮੰਡੀ 'ਤੇ, ਉਹ ਵੇਖ ਕੇ ਨਾ ਅਤੇ ਥੋੜ੍ਹੇ ਚਿਰ ਬਾਅਦ ਚਲਾ ਗਿਆ, ਫਿਰ ਵਾਪਸ ਆਇਆ। ਇੱਕ ਉਹਨੇ ਆਖਿਆ ਵੀ ਮੈਂ ਉਹਨੂੰ ਕਿਸੇ ਨੇ ਦੱਸਿਆ ਸੀ ਕਿ ਜਿਹਨੂੰ ਵੇਖਿਆ ਤੈਨੂੰ ਠੰਡ ਪਵੇ, ਤੇਰਾ ਮਨ ਸ਼ਾਂਤ ਹੋਵੇ, ਉਹਨੂੰ ਰੱਬ ਸਮਝੀ, ਉਹਨੂੰ ਤੂੰ ਮੁਹੰਮਦ ਸਮਝੀ। ਉਹਨੂੰ ਇਸ ਤਰ੍ਹਾਂ ਹੋਇਆ ਅਤੇ ਉਹਨੇ ਫਿਰ ਸਤਿਗੁਰੂ ਗੁਰਦਾਸ ਸਿੰਘ ਨੂੰ ਆਖਿਆ ਵੀ ਮੁਹੰਮਦ ਇਹੋ ਹੀ ਹੈ। ਇੱਕ ਇਸ ਤਰ੍ਹਾਂ ਹੀ ਕੰਬਲ ਵੇਚਣ ਵਾਲਾ ਸੀ ਪਠਾਨ ਮੁਸਲਮਾਨ, ਉਹ ਕੰਬਲ ਵੇਚ ਕੇ ਅਤੇ ਚਲਾ ਗਿਆ। ਅਤੇ ਵਾਪਸ ਆਇਆ ਜਿਸ ਵੇਲੇ, ਉਹ ਫਿਰ ਦੁਬਾਰਾ ਆਇਆ ਵਾਪਸ, ਅਤੇ ਉਹਨੂੰ ਪੁੱਛਿਆ ਖਾਨ ਸਾਹਿਬ ਕੋਈ ਚੀਜ਼ ਰਹਿ ਗਈ? ਉਹਨੇ ਆਖਿਆ ਹਾਂ ਰਹਿ ਗਈ। ਉਹਨੇ ਆਖਿਆ ਕੀ ਰਹਿ ਗਈ? ਉਹਨੇ ਜਾ ਕੇ ਨਾ ਸਤਿਗੁਰਾਂ ਨੂੰ ਜੱਫੀ ਪਾ ਲਈ। ਉਹਨੇ ਆਖਿਆ ਆਹ ਕੰਮ ਰਹਿ ਗਿਆ ਸੀ ਮੇਰਾ। ਤਾਂ ਇਹ ਇਸੇ ਤਰ੍ਹਾਂ ਹੀ ਹੈ ਵੀ ਜਿੱਥੇ ਰੱਬ ਦਾ ਨਾਂ ਹੈ ਨਾ, ਉੱਥੇ ਸਾਰੇ ਇੱਕੋ ਥਾਂ ਇਕੱਠੇ ਨੇ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਇੱਥੇ ਮੁਸਲਮਾਨ ਭਰਾ ਸਾਡੇ ਸਾਨੂੰ ਦਰਸ਼ਨ ਦੇ ਰਹੇ ਨੇ। ਕਦੇ ਸਤਿਗੁਰੂ ਕਿਰਪਾ ਕਰੇ ਅਤੇ ਪਾਕਿਸਤਾਨ, ਹਿੰਦੁਸਤਾਨ ਇਕੱਠੇ ਹੋ ਜਾਣ ਅਤੇ ਸਾਰੇ ਜਿਹੜੇ ਪਿਛੜੇ ਵੀਰ ਉਹ ਵੀ ਸਾਰੇ ਮਿਲ ਜਾਣ, ਸਾਰੇ ਆਪਸ ਵਿੱਚ ਲੜਾਈ ਝਗੜੇ। ਇੱਕ ਕੋਸ਼ਿਸ਼ ਹੈ, ਇਹ ਕੋਸ਼ਿਸ਼ ਕਰਦੇ ਨੇ ਨਾ, ਹੌਲੀ ਹੌਲੀ ਕੋਈ ਨਾ ਕੋਈ ਮੇਅਰ ਬਣ ਗਿਆ, ਕੋਈ ਮਿਨਿਸਟਰ ਬਣ ਗਿਆ। ਅਸੀਂ ਵੀ ਸਾਡੀ ਵੀ ਕੋਸ਼ਿਸ਼ ਹੈ ਸਤਿਗੁਰੂ ਕਿਰਪਾ ਕਰਨ ਅਤੇ ਸਾਡੇ ਵਿਛੜੇ ਭਰਾ ਸਾਨੂੰ ਮਿਲ ਜਾਣ ਅਤੇ ਸਾਰਾ ਹਿੰਦੁਸਤਾਨ ਇਕੱਠਾ ਹੋਵੇ, ਸਾਰੇ ਰੱਬ ਦੇ ਨਾਂ ਲੈਣ ਵਾਲੇ ਹੋਣ ਅਤੇ ਇੱਕ ਦੇ ਬੱਚੇ ਬੱਚੀਆਂ ਹੋਣ। ਕੋਈ ਇਸ ਗੱਲ ਦਾ ਝਗੜਾ ਨਾ ਹੋਵੇ, ਮਸੀਤ ਸਿੱਖ ਦੁਆਨ ਲਾ ਲੈਣ, ਮੁਸਲਮਾਨ ਆ ਕੇ ਗੁਰਦੁਆਰੇ 'ਚ ਆਪਣਾ ਕਰ ਲੈਣ ਸਾਰਾ ਕੁਛ। ਇਹ ਸਾਰਾ ਕੁਛ ਇਸ ਤਰ੍ਹਾਂ ਹੋਵੇ ਫਿਰ ਸਾਰੇ ਝਗੜੇ ਮੁੱਕ ਜਾਂਦੇ ਨੇ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਅਤੇ ਤੁਸੀਂ ਸਾਰੇ ਇੱਥੇ ਆਏ ਹੋ। ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਕਾਦਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਗੁਰੂ ਨਾਨਕ ਤੋਂ ਲੱਗ ਕੇ ਜਿੰਨੇ ਗੁਰੂ ਸਾਹਿਬ ਹੋਏ ਨੇ, ਮੈਂ ਕੱਲ੍ਹ ਵੀ ਸ਼ਾਇਦ ਦੱਸਿਆ ਸੀ, ਅਸੀਂ ਸਤਿਯੁਗ ਤੋਂ ਮੰਨਦੇ ਹਾਂ ਗੁਰਬਾਣੀ ਅਨੁਸਾਰ। ਸਤਿਯੁਗ, ਤ੍ਰੇਤਾ, ਦੁਆਪਰ, ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਹੋਏ। ਉਹ ਆਪਣੇ ਯੁੱਗ ਦੇ ਇੱਕ ਇੱਕ ਸਤਿਗੁਰੂ ਹੋਏ, ਪਰ ਗੁਰੂ ਨਾਨਕ ਨੇ ਕਲਯੁਗ ਦੇ ਵਿੱਚ ਹੀ ਆਖਿਆ ਕਿ ਸਾਰਾ ਕਲਯੁਗ ਭੋਗ ਸੀ ਨਾਨਕ ਦਾ ਅਵਤਾਰ। ਜਿੰਨੇ ਸਾਡੇ ਗੁਰੂ ਸਾਹਿਬ ਹੋਏ ਨੇ, ਉਹਨਾਂ ਨੇ ਗਊ ਅਤੇ ਗਰੀਬ ਦੀ ਰੱਖਿਆ ਕੀਤੀ, ਧਰਮ ਦੇ ਉੱਤੋਂ ਕੁਰਬਾਨ ਹੋਣਾ ਸਾਨੂੰ ਦੱਸਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਤਿਲਕ ਜੈਨੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਜਦੋਂ ਰੰਗਦੇਵ ਨੇ ਜ਼ੁਲਮ ਕਰਨੇ ਸ਼ੁਰੂ ਕੀਤੇ ਹਿੰਦੂਆਂ 'ਤੇ, ਮੁਸਲਮਾਨ ਬਣਾਉਣੇ ਸ਼ੁਰੂ ਕੀਤੇ, ਅਤੇ ਬਹੁਤ ਸਾਰੇ ਪੰਡਤਾਂ ਨੂੰ ਉਹਨਾਂ ਨੇ ਆਖਿਆ ਵੀ ਮੁਸਲਮਾਨ ਬਣਨ ਵਾਸਤੇ, ਅਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੋਲ ਅਰਜ਼ ਕੀਤੀ। ਅਤੇ ਸਤਿਗੁਰਾਂ ਨੇ ਆਖਿਆ ਉਹਨੂੰ ਆਖੋ ਵੀ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ, ਆਪੇ ਸਾਰੇ ਬਣ ਜਾਣਗੇ। ਉਸ ਸਮੇਂ ਫਿਰ ਜਿਸ ਤਰ੍ਹਾਂ ਸਤਿਗੁਰਾਂ ਨੇ ਆਪਣਾ ਸਾਗ ਵਰਤਾਇਆ, ਉਹਨਾਂ ਆਖਿਆ ਤੇਰਾ ਨਾਮ ਤੇਗ ਬਹਾਦਰ ਕਿਉਂ ਹੈ? ਉਹਨਾਂ ਆਖਿਆ ਤੇਗ ਬਹਾਦਰ ਇਸ ਵਾਸਤੇ ਵੀ ਤੇਗ ਮੇਰੇ ਉੱਤੇ ਬਹਾਦਰ ਨਹੀਂ, ਮੈਂ ਤੇਗ ਦੇ ਉੱਤੇ ਬਹਾਦਰ ਹਾਂ। ਜਿਸ ਵੇਲੇ ਗੁਰੂ ਸਾਹਿਬ ਦਾ ਸਿਰ ਕੱਟਣ ਵਾਸਤੇ ਬੜਾ ਤਗੜਾ ਜਵਾਨ ਮੁਸਲਮਾਨ ਸੀ ਜਿਹੜਾ ਉਹ ਤਿਆਰ ਕੀਤਾ, ਅਤੇ ਉਹਨਾਂ ਨੇ ਆਖਿਆ ਤਲਵਾਰ ਦੇ ਉੱਤੇ ਇੱਕ ਕੱਚਾ ਧਾਗਾ ਬੰਨ੍ਹ ਦਿਓ। ਧਾਗਾ ਬੰਨ੍ਹਿਆ ਤਲਵਾਰ ਦੇ ਉੱਤੇ, ਉਹਨਾਂ ਨੇ ਵਾਰ ਕੀਤਾ,
ਤੇ ਸਿਰ ਧੜ ਨਾਲ ਵੱਖਰਾ ਹੋ ਕੇ ਦੂਰ ਚਲਾ ਗਿਆ। ਪਰ ਜਿਹੜਾ ਧਾਗਾ ਜਿਹੜਾ ਸੀ ਉਸੇ ਤਰ੍ਹਾਂ ਹੀ ਰਿਹਾ। ਭਾਵ ਤਲਵਾਰ ਨੇ ਨਹੀਂ ਸਿਰ ਕੱਟਿਆ, ਉਹਨਾਂ ਨੇ ਆਪਣੀ ਰਜਾ ਨਾਲ ਸਾਰਾ ਕੁਝ ਕੀਤਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ न दिया। साधन हेत इति जिन करी, सीस दिया पर सी न उचरी। जिस हिंदू धर्म वास्ते गुरु तेग बहादुर सच्चे पातशाह ने अपना सीस दिता, असी उसका किस तरह सत्कार नहीं करना, असा सत्कार करना है उन्हों का। पर हिंदुओं को भी सोचना चाहिए भी जिस तिलक ते जंजू की राखी करके गुरु तेग बहादुर ने अपना सीस दिता, अज साडे हिंदुओं में किन्ने तिलक ते जंजू हैगे ने, बोधी हैगी है। इन्हां निशानियां विच कुछ नहीं, किसी ने बोधी रख ली, किसी ने ना रख ली, पर जो सतगुरां दा हुक्म है ना, उहदे विच सारा कुछ है। अज तुसां नामदेव जी के 2 शब्द सुने ने रागी सिंघां तो, कौन को कलंक रहो राम नाम लेत ही, सुकृत समत पै राम कहत ही। अगे जाके लिखा है, राम संग नामदेव जन को प्रतिज्ञा आई, एकादशी व्रत रह काहे को तीर्थ जाई। आखिरी तुखां जी लिखते हैं, पंडित नामदेव सुकृत समत पए, गुरमत राम कह को ना बैकुंठ गए। भाव गुरु की मत लैके गुरु के अनुसार नाम जप के किहड़ा वैकुंठ नहीं गया, भाव सारे वैकुंठ गए हैं। वो गुरु की मत वाली गल जी ने बड़ी जरूरी है। गुरु नानक सच्चे पातशाह ने जपजी साहब शुरू करते ही लिखा, तीर्थ नावा जे तिस भावा। जे उन्हें चंगा लगता तो तीर्थ का फायदा तां है, नहीं तो कोई फायदा नहीं। मैं वर्णन कराँगा भाई, मेरा जी करता तुसी अपनी वेशभूषा, तिलक जंजू, धोती, ये सारी चीज़ां साढ़े कोल होनी चाहिए ने। असी हिंदुस्तान तो आए हैं अपने उपजीविका वास्ते, पर धर्म साढ़े नाल हर वेले रहना चाहिए। जिहड़ा साडा पहरावा है वो साडा पूरा ठीक तरह होना चाहिए। मैं जिहड़ी गल्लां आखियां ने, जे नाम नहीं जान तो मैं तुहाडी कमजोरी नहीं समझदा, वा अपनी समझदा। एक जो भी किसी ने अपने गुरु तो पूछया, 1 घंटा नाम का सिमरन जरूर करया करो बैठ के, घट्टो घट्ट 1 घंटा। नाम की महिमा बहुत सारी लिखी है सतगुरां ने बाणी विच, सारे जिन्नी बाणी लिखी है उहदे नाम की महिमा लिखी है। इस तक लिखा है, जिस नाम हृदय सोई वड राजा, जिस नाम हृदय तिस पूरे काजा। जिस नाम हृदय तिस धन पाए, नाम बिना जन्म बिरथा जाए। तुसी ये पंजाबी पढ़ो तो बहुत वधिया गल है, नहीं तो हिंदी के ग्रंथ साहब लैके ना उन्होंने पढ़ो। उन्होंने पढ़िया साढ़े मन के विचार नाम जपण वाले बनणगे, सात्विक बनणगे, गुरमत वाले बनणगे। नाम जपण वास्ते जिहड़े तरीके लिखे सतगुरां ने हुक्म दिता है, भावें सारे वास्ते ही है, पर खास करके जिन्हें रब नूं मिलना, जिन्हें भगवान दे राह तुरना, उन्हां वास्ते बहुत जरूरी है मांस शराब सिगरट का त्याग किया जाए, आंडे वगैरह का त्याग किया जाए। तुसीं कोई चीज़ बाजारों लैके भावें दवाई तक भी खानी है, पहले वेखोगे ये कोई नॉन वैज या कोई अल्कोहल वाली चीज़ तो नहीं, जे होवे तो नहीं खानी। शरीर पिछों धर्म पहलों। तो मैं तुहाडा बहुत धन्यवाद करदा कि तुसीं बहुत सारी संगत ने आके दर्शन दिते ने, और मैं तुहानूं वेख्या ये नाम जपण वालियां नूं। तुसीं ये समझदे हो कि दुकानदारी जिहड़ी ना, जिहड़े कपड़े की दुकान करते हैं, वो दुकान दे विच छोटे छोटे आले बना बना के ना ਉਹਦੇ ਵਿੱਚ कपड़ा तो होर कई चीज़ां भर के रख दिंदे ने। जे दुकान भी बन जाए, आले भी बन जाण, विच कपड़ा ना पिया होवे, ते फिर
उस तो बाद कपड़ा जिहड़ा ਉਹਦਾ पैसा ना आवे तो फिर ਉਹਦਾ फायदा कोई नहीं। मंदिर बन गया, मंदिर 'ਚ बैठ के नाम का सिमरन करना बहुत जरूरी है। जदों घरों तुरो उदों सिमरन करना शुरू करो, इत्थे आके करते रहो। जदों वापस घर तक जाओ घट्टो घट्ट इन्ना चिर जरूर नाम का सिमरन हर वे तुसीं जांदे आउंदे करते रहो, ताकि ये घड़ियां साड़ियां लिखे लग जान। इस संसार तो जदों जाना साडे पल्ले ये खर्च बनिया होवे, सानू अगे जाके तकलीफ ना होवे। मैं गोसाई साहब ते और सारी कमेटी का मैं बहुत बहुत धन्यवाद करदा जिन्होंने अपना कीमती वक्त ला के तुहानू सारिਆਂ ਨੂੰ बुलाया और मैंने तुहाडे दर्शन कराए ने। मैं इहदी हेल्प करके आ गया।